Hello students, how are you? We have completed first poem, The Character of a Happy Man, and I hope you will have written questions on your fair notebook and learnt them. I hope. Today we are going to start next first lesson, The Happy Prince. Let's start, let's read. High above the city on a tall column stood the statue of the Happy Prince. ਨਗਰ ਵਿੱਚ ਬਹੁਤ ਉੱਚੇ ਕਾਲਮ ਬਹੁਤ ਉੱਚੇ ਥੰਮ ਉੱਪਰ ਹੈਪੀ ਪ੍ਰਿੰਸ ਦਾ ਜੋ ਸਟੈਚੂ ਸੀ, ਜੋ ਬੁੱਤ ਸੀ, ਉਹ ਖੜਾ ਸੀ। ਹੀ ਵਾਸ ਗਿਲਡਡ, ਔਰ ਉਹ ਟਕਿਆ ਹੋਇਆ ਸੀ। ਗਿਲਡਡ ਕਵਰ ਕੀਤਾ ਹੋਇਆ ਸੀ, ਟਕਿਆ ਹੋਇਆ ਸੀ। ਕਿਸ ਦੇ ਨਾਲ? ਹੀ ਵਾਸ ਗਿਲਡਡ ਆਲ ਓਵਰ ਵਿਥ ਥਿਨ ਲੀਵਸ ਆਫ ਫਾਈਨ ਗੋਲਡ, ਔਰ ਉਹ ਸੋਨੇ ਦੇ ਥਿਨ ਲੀਵਸ ਬਾਰੀਕ ਪੱਤਰਿਆਂ ਦੇ ਨਾਲ ਟਕਿਆ ਹੋਇਆ ਸੀ। ਫੋਰ ਆਈਜ਼ ਹੀ ਹੈਡ ਟੂ ਬ੍ਰਾਈਟ ਸਫਾਇਰਸ, ਔਰ ਉਸ ਦੀਆਂ ਅੱਖਾਂ ਵਿੱਚ ਦੋ ਕੀਮਤੀ, ਦੋ ਬ੍ਰਾਈਟ ਮੀਨਸ ਚਮਕਦਾਰ ਨੀਲਮ ਸਨ। ਸਫਾਇਰਸ ਮੀਨਸ ਨੀਲਮ, ਔਰ ਉਸ ਦੀਆਂ ਅੱਖਾਂ ਵਿੱਚ ਦੋ ਨੀਲਮ ਸਨ। ਐਟ ਅ ਲਾਰਜ ਰੈਡ ਰੂਬੀ ਗਲੋਡ ਔਨ ਇਸ ਸੋਰਡ ਹਿਲਟ, ਔਰ ਤਲਵਾਰ ਦੀ ਹਿਲਟ, ਜਿੱਥੋਂ ਆਪਾਂ ਤਲਵਾਰ ਨੂੰ ਪਕੜਦੇ ਹਾਂ ਉਸ ਨੂੰ ਹਿਲਟ ਬੋਲਦੇ ਹਾਂ, ਔਰ ਤਲਵਾਰ ਦੀ ਹਿਲਟ ਵਿੱਚ ਇੱਕ ਵੱਡਾ ਜੋ ਰੈੱਡ ਜੋ ਕਲਰ ਦਾ ਜੋ ਰੂਬੀ ਸੀ, ਜੋ ਹੀਰਾ ਸੀ, ਉਹ ਚਮਕਦਾ ਸੀ। ਵਨ ਨਾਈਟ ਦੇਅਰ ਫਲੂ ਓਵਰ ਦੀ ਸਿਟੀ ਅ ਲਿਟਲ ਸਵੈਲੋ, ਇੱਕ ਰਾਤ ਉਸ ਸ਼ਹਿਰ ਦੇ ਉੱਪਰ ਇੱਕ ਛੋਟਾ ਜੋ ਸਵੈਲੋ ਸੀ, ਜੋ ਅਬਾਬਿਲ ਸੀ, ਉੜਦਾ ਹੋਇਆ ਆਇਆ। ਹਿਜ਼ ਫਰੈਂਡਸ ਹੈਡ ਗੋਨ ਅਵੇ ਟੂ ਇਜਿਪਟ 6 ਵੀਕਸ ਬਿਫੋਰ, ਉਸਦੇ ਜੋ ਦੋਸਤ ਸਨ ਉਹ 6 ਹਫ਼ਤੇ ਪਹਿਲਾਂ ਮਿਸਰ ਚਲੇ ਗਏ ਸਨ। ਇਜਿਪਟ ਮੀਨਸ ਮਿਸਰ ਚਲੇ ਗਏ ਸਨ। ਬਟ ਹੀ ਹੈਡ ਸਟੇਡ ਬਿਹਾਈਂਡ, ਲੇਕਿਨ ਉਹ ਪਿੱਛੇ ਸਟੇ ਮਨੇ ਰੁਕ ਗਿਆ ਸੀ, ਪਿੱਛੇ ਰਹਿ ਗਿਆ ਸੀ। ਦੈਨ ਹੀ ਡਿਸਾਈਡਡ ਟੂ ਗੋ ਟੂ ਇਜਿਪਟ ਟੂ, ਫਿਰ ਉਸਨੇ ਡਿਸਾਈਡਡ ਕੀਤਾ, ਫੈਸਲਾ ਕੀਤਾ ਮਿਸਰ ਜਾਣ ਦਾ। ਆਲ ਡੇ ਲੌਂਗ ਹੀ ਫਲੂ, ਸਾਰਾ ਦਿਨ ਉਹ ਉੱਡਦਾ ਰਿਹਾ। ਐਂਡ ਐਟ ਨਾਈਟ ਟਾਈਮ ਹੀ ਅਰਾਈਵਡ ਐਟ ਦੀ ਸਿਟੀ, ਔਰ ਰਾਤ ਦੇ ਸਮੇਂ ਉਹ ਕਿੱਥੇ ਪਹੁੰਚਿਆ? ਨਗਰ ਦੇ ਵਿੱਚ ਪਹੁੰਚਿਆ। ਵੇਅਰ ਸ਼ੈਲ ਆਈ ਪੁੱਟ ਅਪ ਹੀ ਸੈਡ, ਔਰ ਉਸਨੇ ਕਿਹਾ, ਉਸਨੇ ਕੀ ਕਿਹਾ ਉਸ ਸਵੈਲੋ ਨੇ, ਵੀ ਉਹ ਰਾਤ ਨੂੰ ਕਿੱਥੇ ਰੁਕੇਗਾ, ਕਿੱਥੇ ਠਹਿਰੇਗਾ। ਪੁੱਟ ਅਪ ਰੁਕਣਾ, ਠਹਿਰਨਾ। ਆਈ ਹੋਪ ਦੀ ਟਾਊਨ ਹੈਜ਼ ਮੇਡ ਪ੍ਰੀਪਰੇਸ਼ਨਸ, ਔਰ ਉਸ ਨੂੰ ਆਸ ਸੀ ਕਿ ਨਗਰ ਨੇ ਤਿਆਰੀਆਂ ਕਰ ਲਈਆਂ ਸਨ। ਦੈਨ ਹੀ ਸਾ ਦੀ ਸਟੈਚੂ ਔਨ ਦੀ ਟਾਲ ਕਾਲਮ, ਫਿਰ ਉਸਨੇ ਵੇਖਿਆ ਇੱਕ ਉੱਚੇ ਥੰਮ ਉੱਪਰ ਇੱਕ ਬੁੱਤ ਨੂੰ ਦੇਖਿਆ। ਆਈ ਵਿਲ ਪੁੱਟ ਅਪ ਦੇਅਰ ਹੀ ਕਰਾਈਡ, ਫਿਰ ਉਹ ਚੀਕਿਆ, ਸਵੈਲੋ ਜੋ ਸੀ, ਕਿ ਉਹ ਉੱਥੇ ਰੁਕੇਗਾ, ਉੱਥੇ ਠਹਿਰੇਗਾ। ਇਟ ਇਜ਼ ਅ ਫਾਈਨ ਪੋਜੀਸ਼ਨ, ਇੱਕ ਵਧੀਆ ਜਗ੍ਹਾ ਹੈ। ਵਿਦ ਪਲੈਂਟੀ ਆਫ ਫਰੈਸ਼ ਏਅਰ, ਔਰ ਉੱਥੇ ਬਹੁਤ ਜ਼ਿਆਦਾ ਹਵਾ ਆ ਰਹੀ ਸੀ। ਪਲੈਂਟੀ ਆਫ ਫਰੈਸ਼ ਏਅਰ, ਕਾਫੀ ਤਾਜ਼ੀ ਹਵਾ ਉੱਥੇ ਆ ਰਹੀ ਸੀ। ਸੋ ਇਲਾਈਟਡ, ਇਸ ਲਈ ਉਤਰਿਆ। ਅਲਾਈਟਡ ਮਨੇ ਉਤਰਨਾ। ਕਿੱਥੇ ਉਤਰਿਆ ਉਹ? ਬਟ ਬੈਟਵੀਨ ਦੀ ਫੀਟ ਆਫ ਦੀ ਹੈਪੀ ਪ੍ਰਿੰਸ, ਫਿਰ ਉਹ ਹੈਪੀ ਪ੍ਰਿੰਸ ਦੇ ਪੈਰਾਂ ਦੇ ਵਿਚਕਾਰ ਉਤਰਿਆ। ਆਈ ਹੈਵ ਅ ਗੋਲਡਨ ਬੈਡਰੂਮ ਹੀ ਸੈਡ ਸੌਫਟਲੀ ਟੂ ਹਿਮਸੈਲਫ ਐਜ਼ ਹੀ ਲੁਕਡ ਰਾਊਂਡ, ਔਰ ਉਸ ਜਿਵੇਂ ਹੀ ਉਸਨੇ ਚਾਰੇ ਪਾਸੇ ਵੇਖਿਆ, ਲੁੱਕ ਰਾਊਂਡ ਚਾਰੇ ਪਾਸੇ ਵੇਖਣਾ, ਤਾਂ ਉਸਨੇ ਆਪਣੇ ਆਪ ਨੂੰ ਹੌਲੀ ਆਵਾਜ਼ ਵਿੱਚ ਕਿਹਾ ਵੀ ਉਸਦੇ ਕੋਲ ਕਿਹੜਾ ਬੈਡਰੂਮ ਹੈ? ਗੋਲਡਨ ਬੈਡਰੂਮ ਹੈ। ਸੌਣ ਦਾ ਜੋ ਰੂਮ ਹੈ ਉਹ ਬਿਲਕੁਲ ਸੁਨਹਿਰੀ ਰੂਮ ਹੈ। ਐਂਡ ਹੀ ਪ੍ਰੀਪੇਅਰ ਟੂ ਗੋ ਟੂ ਸਲੀਪ, ਔਰ ਉਸਨੇ ਸੌਣ ਦੀ ਤਿਆਰੀ ਕੀਤੀ। ਬਟ ਜਸਟ ਐਜ਼ ਹੀ ਵਾਸ ਪੁੱਟਿੰਗ ਹਿਜ਼ ਹੈਡ ਅੰਡਰ ਹਿਜ਼ ਵਿੰਗ, a large drop of water fell on him, ਪਰੰਤੂ ਜਿਵੇਂ ਹੀ ਉਸਨੇ ਸੌਣ ਦੀ ਤਿਆਰੀ ਕੀਤੀ ਤਾਂ ਬਟ ਜਸਟ ਹੀ ਵਾਸ ਪੁੱਟਿੰਗ, ਔਰ ਜਿਵੇਂ ਹੀ ਉਸਨੇ ਆਪਣਾ ਜੋ ਸਿਰ ਸੀ ਆਪਣੇ ਖੰਭ ਦੇ ਹੇਠਾਂ ਉਹ ਰੱਖਣ ਲੱਗਾ, ਤਾਂ ਇੱਕ ਵੱਡੀ ਜੋ ਪਾਣੀ ਦੀ ਬੂੰਦ ਸੀ, ਲਾਰਜ ਡ੍ਰੌਪ ਆਫ ਵਾਟਰ, ਉਹ ਡਿੱਗੀ। ਇੱਕ ਪਾਣੀ ਦੀ ਬੂੰਦ ਉਸ ਉੱਪਰ ਡਿੱਗੀ। ਵਾਟ ਅ ਕਿਊਰੀਅਸ ਥਿੰਗ, ਕਿੰਨੀ ਅਜੀਬ ਗੱਲ ਹੈ। ਹੀ ਕਰਾਈਡ, ਉਹ ਚੀਕਿਆ। ਦੇਅਰ ਇਜ਼ ਨੋਟ ਅ ਸਿੰਗਲ ਕਲਾਊਡ ਇਨ ਦ ਸਕਾਈ, ਅਸਮਾਨ ਵਿੱਚ ਕੋਈ ਬੱਦਲ ਨਹੀਂ ਹੈ। The stars are quite clear,
एंड ब्राइट एंड येट इट इज़ रेनिंग। ਜਿਹੜੇ ਤਾਰੇ ਨੇ ਉਹ ਬਿਲਕੁਲ ਸਾਫ਼ ਨੇ ਔਰ ਬਿਲਕੁਲ ਚਮਕਦਾਰ ਹਨ। ਫਿਰ ਵੀ ਬਰਸਾਤ ਹੋ ਰਹੀ ਹੈ, ਵਰਖਾ ਹੋ ਰਹੀ ਹੈ। ਦੈਨ ਅਨਦਰ ਡ੍ਰੌਪ ਫੈਲ, ਫਿਰ ਇੱਕ ਹੋਰ ਬੂੰਦ ਡਿੱਗੀ। ਵਾਟ ਇਜ਼ ਦਾ ਯੂਜ਼ ਆਫ ਅ ਸਟੈਚੂ। ਇਸ ਬੁੱਤ ਦਾ ਕੀ ਲਾਭ, ਇਸ ਬੁੱਤ ਦਾ ਕੀ ਯੂਜ਼, ਕੀ ਲਾਭ, ਜੇਕਰ ਇਟ ਕੈਨੋਟ ਕੀਪ ਦੀ ਰੇਨ ਆਫ, ਜੇਕਰ ਉਹ ਵਰਖਾ ਤੋਂ ਕੀਪ ਆਫ ਨਹੀਂ ਕਰ ਸਕਦਾ, ਜੇਕਰ ਉਹ ਵਰਖਾ ਤੋਂ ਬਚਾ ਨਹੀਂ ਸਕਦਾ ਤਾਂ ਉਸ ਬੁੱਤ ਦਾ ਕੀ ਲਾਭ। ਹੀ ਸੈਡ, ਉਸਨੇ ਕਿਹਾ ਆਈ ਮਸਟ ਲੁੱਕ ਫੋਰ, ਔਰ ਉਸ ਨੂੰ ਲੁੱਕ ਫੋਰ ਕਰਨੀ ਚਾਹੀਦੀ ਹੈ, ਤਲਾਸ਼ ਕਰਨੀ ਚਾਹੀਦੀ ਹੈ ਇੱਕ ਚੰਗੀ ਚਿਮਨੀ ਦੀ, ਔਰ ਉਸ ਨੂੰ ਭਾਲ ਕਰਨੀ ਚਾਹੀਦੀ ਹੈ ਇੱਕ ਚੰਗੀ ਚਿਮਨੀ ਦੀ। ਐਂਡ ਹੀ ਡਿਟਰਮਿਨਡ ਟੂ ਫਲਾਈ ਅਵੇ, ਔਰ ਫਿਰ ਉਸਨੇ ਡਿਟਰਮਿਨਡ ਕੀਤਾ, ਨਿਸ਼ਚਾ ਕੀਤਾ, ਇਰਾਦਾ ਕੀਤਾ ਉੱਥੋਂ ਜਾਣ ਦਾ। ਬਟ ਬਿਫੋਰ ਹੀ ਹੈਡ ਓਪਨਡ ਹਿਜ਼ ਵਿੰਗਸ ਆ ਥਰਡ ਡ੍ਰੌਪ ਫੈਲ ਐਂਡ ਹੀ ਲੁਕਡ ਅਪ, ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਖੰਭਾਂ ਨੂੰ ਖੋਲ੍ਹਦਾ ਇੱਕ ਜੋ ਥਰਡ ਡ੍ਰੌਪ ਸੀ, ਜੋ ਤੀਸਰੀ ਬੂੰਦ ਸੀ, ਉਹ ਡਿੱਗੀ ਔਰ ਉਸਨੇ ਉੱਪਰ ਵੇਖਿਆ, ਲੁਕਡ ਅਪ, ਔਰ ਉਸਨੇ ਕੀ ਵੇਖਿਆ, ਵਾਟ ਡਿਡ ਹੀ ਸੀ, ਉਸਨੇ ਕੀ ਦੇਖਿਆ। ਦ ਆਈਜ਼ ਆਫ ਦੀ ਹੈਪੀ ਪ੍ਰਿੰਸ ਵਰ ਫਿਲਡ ਵਿਦ ਟੀਅਰਸ, ਉਸਨੇ ਕੀ ਵੇਖਿਆ ਕਿ ਜੋ ਹੈਪੀ ਪ੍ਰਿੰਸ ਦੀਆਂ ਜੋ ਅੱਖਾਂ ਸਨ ਉਹ ਹੰਝੂਆਂ ਨਾਲ, ਟੀਅਰਸ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਐਂਡ ਟੀਅਰਸ ਵਰ ਰਨਿੰਗ ਡਾਊਨ, ਔਰ ਜਿਹੜੇ ਹੰਝੂ ਸਨ ਉਹ ਵਗ ਰਹੇ ਸਨ, ਰਨਿੰਗ ਡਾਊਨ, ਕਿਸ ਉੱਪਰ, ਉਸਦੀ ਜੋ ਸੁਨਹਿਰੀ ਜੋ ਚੀਕਸ ਸਨ, ਜੋ ਗੱਲਾਂ ਸਨ, ਉਸ ਉੱਪਰੋਂ ਹੰਝੂ ਵਗ ਰਹੇ ਸਨ, ਉਸ ਉੱਪਰ ਹੰਝੂ ਵਗ ਰਹੇ ਸਨ। ਹਿਜ਼ ਫੇਸ ਵਾਜ਼ ਸੋ ਬਿਊਟੀਫੁਲ, ਔਰ ਉਸਦਾ ਚਿਹਰਾ ਬਹੁਤ ਸੁੰਦਰ ਲੱਗ ਰਿਹਾ ਸੀ ਉਸ ਮੂਨ ਲਾਈਟ ਦੇ ਵਿੱਚ, ਉਸ ਚੰਦਰਮਾ ਦੀ ਰੋਸ਼ਨੀ ਦੇ ਵਿੱਚ। ਦੈਟ ਦੀ ਲਿਟਲ ਸਵੈਲੋ ਵਾਜ਼ ਫਿਲਡ ਵਿਦ ਪੀਟੀ, ਔਰ ਉਸ ਨੂੰ ਵੇਖ ਕੇ ਜਿਹੜਾ ਲਿਟਲ ਸਵੈਲੋ ਸੀ ਉਹ ਤਰਸ ਦੇ ਨਾਲ, ਦੁੱਖ ਦੇ ਨਾਲ ਭਰ ਗਿਆ। ਹੂ ਆਰ ਯੂ, ਹੀ ਸੈਡ, ਉਸਨੇ ਕਿਹਾ ਵੀ ਤੂੰ ਕੌਣ ਹੈ, ਤਾਂ ਫਿਰ ਉਸ ਵੱਲੋਂ ਜਵਾਬ ਮਿਲਿਆ ਵੀ ਉਹ ਕੌਣ ਸੀ, ਹੈਪੀ ਪ੍ਰਿੰਸ। ਵਾਈ ਆਰ ਯੂ ਵੀਪਿੰਗ ਦੈਨ ਆਸਕਡ ਦੀ ਸਵੈਲੋ, ਯੂ ਹੈਵ ਕੁਆਇਟ ਡ੍ਰੈਂਚਡ ਮੀ। ਜਦੋਂ ਉਸਨੇ ਕਿਹਾ ਵੀ ਉਹ ਹੈਪੀ ਪ੍ਰਿੰਸ ਹੈ ਤਾਂ ਫਿਰ ਉਸਨੇ ਸਵੈਲੋ ਨੇ ਕਿਹਾ ਵੀ ਫਿਰ ਤੂੰ ਰੋ ਕਿਉਂ ਰਿਹਾ ਹੈ, ਜੇਕਰ ਤੂੰ ਹੈਪੀ ਪ੍ਰਿੰਸ ਹੈ ਫਿਰ ਤੂੰ ਰੋ ਕਿਉਂ ਰਿਹਾ ਹੈ। ਔਰ ਯੂ ਹੈਵ ਕੁਆਇਟ ਡ੍ਰੈਂਚਡ ਮੀ, ਔਰ ਤੂੰ ਮੈਨੂੰ ਕਾफ़ੀ ज़्यादा ਡ੍ਰੈਂਚਡ ਕਰ ਚੁੱਕਾ ਹੈ, ਕਾफ़ी ज़्यादा ਗਿੱਲਾ ਕਰ ਚੁੱਕਾ ਹੈ। ਡ੍ਰੈਂਚਡ ਕਰਨਾ, ਗਿੱਲਾ ਕਰ ਦੇਣਾ ਕਿਸੇ ਨੂੰ। ਔਰ ਵੈਨ ਆਈ ਵॉज ਅਲਾਈਵ ਐਂਡ ਹੈਡ ਅ ਹਿਊਮਨ ਹਾਰਟ ਆਂਸਰ ਦੀ ਸਟੈਚੂ, ਸਟੈਚੂ ਨੇ ਆਂਸਰ ਦਿੱਤਾ ਵੀ ਜਦੋਂ ਜਿਉਂਦਾ ਸੀ ਤਾਂ ਉਸਦਾ ਵੀ ਇੱਕ ਮਨੁੱਖੀ ਦਿਲ ਸੀ। ਆਈ ਡਿਡ ਨਾਟ ਨੋ ਵਾਟ ਟੀਅਰਸ ਵਰ, ਉਹ ਜਾਣਦਾ ਨਹੀਂ ਸੀ ਕਿ ਦੁੱਖ ਕੀ ਸਨ, ਹੰਝੂ ਕੀ ਸਨ, ਕਿਉਂਕਿ ਆਈ ਲਿਵਡ ਇਨ ਦੀ ਪੈਲਸ, ਕਿਉਂਕਿ ਉਹ ਰਹਿੰਦਾ ਸੀ ਇੱਕ ਪੈਲਸ, ਮਹੱਲ ਦੇ ਵਿੱਚ। ਵੇਅਰ ਸੋਰੋ ਇਜ਼ ਨਾਟ ਅਲਾਊਡ ਟੂ ਇੰਟਰ, ਜਿੱਥੇ ਦੁੱਖ ਨੂੰ ਐਂਟਰ ਕਰਨ ਦੀ ਇਜਾਜ਼ਤ ਨਹੀਂ ਸੀ। ਮਾਈ ਕੋਟੀਅਰਸ ਕਾਲਡ ਮੀ ਦੀ ਹੈਪੀ ਪ੍ਰਿੰਸ, ਔਰ ਜਿਹੜੇ ਮੇਰੇ ਦਰਬਾਰੀ ਸਨ ਉਹ ਕੀ ਕਹਿ ਕੇ ਬੁਲਾਉਂਦੇ ਸਨ, ਹੈਪੀ ਪ੍ਰਿੰਸ। ਐਂਡ ਹੈਪੀ ਇੰਡੀਡ ਆਈ ਵॉज, ਔਰ ਅਸਲ ਵਿੱਚ ਮੈਂ ਹੈਪੀ ਸੀ। ਸੋ ਆਈ ਲਿਵਡ ਐਂਡ ਸੋ ਆਈ ਡਾਈਡ, ਇਸ ਤਰ੍ਹਾਂ ਮੈਂ ਮਤਲਬ ਲਿਵਡ ਮਾਨੇ ਜੀਵਿਆ ਔਰ ਇਸ ਤਰ੍ਹਾਂ ਹੀ ਮਰ ਗਿਆ। ਐਂਡ ਨਾਓ ਆਈ ਐਮ ਡੈਡ, ਹੁਣ ਉਹ ਦੱਸ ਰਿਹਾ ਹੈ ਹੈਪੀ ਪ੍ਰਿੰਸ ਕਿ ਹੁਣ ਉਹ ਮਰ ਗਿਆ ਹੈ। ਔਰ ਦੇ ਹੈਵ ਸੈਟ ਮੀ ਅਪ, ਔਰ ਉਹਨਾਂ ਨੇ ਮੈਨੂੰ ਸੈਟਅਪ ਕਰ ਦਿੱਤਾ ਹੈ, ਸਥਾਪਿਤ ਕਰ ਦਿੱਤਾ ਹੈ ਇਸ ਹਾਈ ਜਗ੍ਹਾ ਦੇ ਉੱਪਰ, ਇਸ ਉਚਾਈ ਦੇ ਉੱਪਰ। ਦੈਟ ਆਈ ਕੈਨ ਸੀ, ਤਾਂ ਕਿ ਉਹ ਵੇਖ ਸਕੇ ਕਰੂਪਤਾ ਨੂੰ, ਅਗਲੀਨੈਸ ਨੂੰ ਔਰ ਸਿਟੀ ਦੇ ਦੁੱਖਾਂ ਨੂੰ। ਐਂਡ ਦੋ ਮਾਈ ਹਾਰਟ ਇਜ਼ ਮੇਡ ਆਫ ਲੈਟ ਯੈਟ ਆਈ ਕੈਨ ਨਾਟ ਚੂਜ਼ ਬਟ ਵੀਪ, ਔਰ ਭਾਵੇਂ ਕਿ ਉਸਦਾ ਜਿਹੜਾ ਦਿਲ ਆ ਉਹ ਸਿੱਕੇ ਦਾ ਬਣਿਆ ਹੋਇਆ, ਲੈਟ ਸਿੱਕੇ ਦਾ, ਲੇਕਿਨ ਉਹ ਰੋਣ ਤੋਂ ਸਿਵਾ ਕੁਝ ਨਹੀਂ ਕਰ ਸਕਦਾ। ਫਿਰ ਵੀ ਉਹ ਆਈ ਕੈਨ ਨਾਟ ਚੂਜ਼ ਬਟ ਵੀਪ, ਮੈਂ ਰੋਣ ਤੋਂ ਬਿਨਾ ਹੋਰ ਕੁਝ ਨਹੀਂ ਕਰ ਸਕਦਾ। ਵਟ ਇਜ਼ ਇ ਨਾਟ ਸੋਲਿਡ ਗੋਲਡ, ਕੀ ਇਹ ਠੋਸ ਸੋਨੇ ਦਾ ਨਹੀਂ ਹੈ। ਸੈਡ ਦੀ ਸਵੈਲੋ ਟੂ ਹਿਮਸੈਲਫ, ਸਵੈਲੋ ਨੇ ਆਪਣੇ ਆਪ ਨੂੰ ਕਿਹਾ। ਹਾਊ ਹੀ ਵॉज ਟੂ ਪੋਲਾਈਟ ਟੂ ਮੇਕ ਐਨੀ ਪਰਸਨਲ ਰਿਮਾਰਕ, ਉਹ ਇੰਨਾ ਨਿਮਰ ਸੀ। ਹੀ ਵॉज ਟੂ ਪੋਲਾਈਟ, ਉਹ ਇੰਨਾ ਪੋਲਾਈਟ ਸੀ, ਨਿਮਰ ਸੀ ਕਿ ਕੋਈ ਵਿਅਕਤੀਗਤ ਟਿੱਪਣੀ ਉਹ ਨਹੀਂ ਕਰਨਾ ਚਾਹੁੰਦਾ ਸੀ। ਐਨੀ ਪਰਸਨਲ ਰਿਮਾਰਕ, ਉਹ ਕੋਈ ਵਿਅਕਤੀਗਤ ਟਿੱਪਣੀ ਨਹੀਂ ਕਰਨਾ ਚਾਹੁੰਦਾ ਸੀ। ਥੈਂਕਸ।